ਦੋਸਤੋ, ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਹੋਣ ਜਾ ਰਹੀ ਗੱਲਬਾਤ ਬਾਰੇ। ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰ ਸਰਕਾਰ ਵੱਲੋਂ ਲਿਆਏ ਗਏ ਖੇਤੀ ਕਾਨੂੰਨਾਂ ਖਿਲਾਫ ਲੰਬੇ ਸਮੇਂ ਤੋਂ ਚੱਲ ਰਿਹਾ ਕਿਸਾਨ ਸੰਘਰਸ਼ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਜਿੱਥੇ ਪਹਿਲਾਂ 2 ਵਾਰੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਸੱਦਾ ਦਿੱਤਾ ਗਿਆ ਸੀ, ਉਹਨਾਂ 'ਚੋਂ ਪਹਿਲੀ ਵਾਰ ਤਾਂ ਜਿਹੜਾ ਸੀਗਾ ਉਹਨਾਂ ਦੇ ਸੱਦੇ ਤੇ ਕਿਸਾਨ ਨਹੀਂ ਗਏ ਸੀ, ਪਰ ਦੂਜੇ ਵਾਰ ਜਿਹੜੇ ਕੇਂਦਰ ਤੇ ਕਿਸਾਨਾਂ ਦੇ ਵਿਚਕਾਰ ਮੀਟਿੰਗ ਹੋਈ ਜੋ ਕਿ ਬੇਸਿੱਟਾ ਰਹੀ। ਹੁਣ ਫੇਰ ਜਿਹੜਾ ਹੈਗਾ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ। ਉਸ ਸੱਦੇ ਨੂੰ ਲੈ ਕੇ ਜਿਹੜਾ ਅੱਜ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਹੈ, ਉਹਨਾਂ ਨੇ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ, ਕੀ ਉਹ ਕੇਂਦਰ ਨੂੰ ਮਿਲਣ ਜਾ ਰਹੇ ਨੇ, ਕੀ ਕਰਨ ਜਾ ਰਹੇ ਨੇ? ਅੱਜ ਦਾ ਜਿਹੜਾ ਇੱਕ ਦਿਨ ਪਹਿਲਾਂ ਦੀਆਂ ਮੀਟਿੰਗਾਂ ਨੇ ਜਾਂ ਬਾਕੀ ਔਰ ਕਿਸਾਨ ਜਥੇਬੰਦੀਆਂ 30 ਦਾ ਇਕੱਠ ਹੈ ਤੇ ਬਾਕੀ 2 ਤਾਲਮੇਲ ਮੇ ਐਕਸ਼ਨ ਦੀ ਗੱਲ ਕਰਦੀਆਂ ਨੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਉਗਰਾਹਾਂ ਗਰੁੱਪ। ਅੱਜ ਜਿਹੜੀ ਇਹ 30 ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਸੀ, ਉਸ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ ਉਹ ਗੱਲਬਾਤ ਲਈ ਜਾਣਗੇ। ਉਹਦੇ ਪਿੱਛੇ ਰੀਜਨ ਇਹ ਹੈ, ਕਾਰਨ ਇਹ ਹੈ, ਉਹਨਾਂ ਦਾ ਕਹਿਣਾ ਕਿ ਅਸੀਂ ਇਹ ਮੌਕਾ ਨਹੀਂ ਦੇਣਾ ਚਾਹੁੰਦੇ। ਜਿਹੜੀ ਦਲੀਲ ਪਹਿਲਾਂ ਦਿੱਤੀ ਗਈ ਸੀ ਕਿ ਕੋਈ ਇਹ ਕਹੇ ਕਿ ਸਰਕਾਰ ਗੱਲਬਾਤ ਲਈ ਬੁਲਾ ਰਹੀ ਹੈ ਤੇ ਤੁਸੀਂ ਜਾ ਨਹੀਂ ਰਹੇ ਹੋ, ਔਰ ਉਹੀ ਪਹਿਲਾਂ ਦੀ ਤਰ੍ਹਾਂ ਹੀ ਪੁਰਾਣਾ ਸਟੈਂਡ ਕਿਸਾਨ ਤੇ ਮਜ਼ਦੂਰ ਸੰਘਰਸ਼ ਕਮੇਟੀ ਦਾ ਕਿ ਅਸੀਂ ਨਹੀਂ ਜਾ ਰਹੇ। ਸਾਡੀ ਦਲੀਲ ਇਹ ਹੈ ਕਿ ਦੇਸ਼ ਦਾ ਸਟਰਗਲ ਹੈ, ਦੇਸ਼ ਦੀਆਂ ਦੂਜੀਆਂ ਸੂਬਿਆਂ ਦੇ ਬਾਕੀ ਜਥੇਬੰਦੀਆਂ ਨੂੰ ਵੀ ਬੁਲਾਇਆ ਜਾਣਾ ਚਾਹੀਦਾ। ਇਹ ਕਿਸਾਨਾਂ 'ਚ ਫੁੱਟ ਪਾਉਣ ਦੀ ਗੱਲ ਹੈ, ਉਹਨਾਂ ਦੀ ਦਲੀਲ ਆਪਣੀ ਹੈ। ਔਰ ਉਗਰਾਹਾਂ ਗਰੁੱਪ ਪਹਿਲਾਂ ਵੀ ਮੀਟਿੰਗ ਤਾਂ ਇਕੱਠੀ ਹੋਈ ਪਰ ਆਪਣੇ ਆਪ ਹੀ ਗਏ, ਇਕੱਲੇ ਤੌਰ 'ਤੇ ਉਹਨਾਂ ਦਾ ਸੀਗਾ ਉਸ ਲੈਵਲ 'ਤੇ। ਔਰ ਇਹ ਸਭ ਤੋਂ ਅਸਲ 'ਚ ਮੇਨ ਗੱਲ ਇੱਕ ਤਾਂ ਇਹ ਹੈ ਕਿ ਪੰਜਾਬ ਦੀਆਂ ਹੀ ਕਿਸਾਨ ਜਥੇਬੰਦੀਆਂ 'ਚੋਂ ਜਿਹੜਾ ਇਕੱਲੇ ਅਜੇ ਸਾਂਝਾ ਫੈਸਲਾ ਨਾ ਕਰਨ ਦਾ ਇੱਕ ਕਮਜ਼ੋਰੀ ਹੈ, ਉਹ ਲਗਾਤਾਰ ਚੱਲ ਰਹੀ ਹੈ। ਔਰ ਕੀ ਦਲੀਲ ਹੈ ਕਿ ਨਹੀਂ, ਸਭ ਨੂੰ ਇਕੱਠੇ ਬੈਠ ਕੇ ਰੱਖਣੀ ਚਾਹੀਦੀ ਹੈ ਤੇ ਇਕੱਠੇ ਬੈਠ ਕੇ ਹੀ ਫੈਸਲੇ ਕਰਨੇ ਚਾਹੀਦੇ ਨੇ। ਜਿਸ ਲੈਵਲ ਦਾ ਸੰਘਰਸ਼ ਚੱਲ ਰਿਹਾ ਹੈ, ਜਿਸ ਵੱਡੇ ਪੱਧਰ 'ਤੇ ਤੁਸੀਂ ਉਹਨੂੰ ਲੋਕ ਸੰਘਰਸ਼ ਬਣਾਉਣ ਦੀ ਲੋਕਾਂ ਨੂੰ ਸੱਦਾ ਦੇ ਰਹੇ ਹੋ, ਤੁਸੀਂ ਕਹਿੰਦੇ ਹੋ ਦਲਿਤ ਵੀ ਆਵੇ, ਵਪਾਰੀ ਵੀ ਆਵੇ, ਤੁਸੀਂ ਆਪਸ ਦੇ ਵਿੱਚ ਇਕੱਠੇ ਨਹੀਂ ਬੈਠ ਸਕਦੇ। ਜੇ ਜਿਹੜੀਆਂ 2 ਜਥੇਬੰਦੀਆਂ ਅਲੱਗ-ਅਲੱਗ ਗੱਲ ਕਰ ਰਹੀਆਂ ਨੇ ਫਿਲਹਾਲ, ਉਹਨਾਂ ਨੂੰ ਸੋਚਣਾ ਚਾਹੀਦਾ ਤੇ ਉਹਨਾਂ ਨੂੰ ਸਾਰਿਆਂ ਦੇ ਨਾਲ ਮਿਲ ਕੇ ਹੀ ਗੱਲ ਕਰਨੀ ਚਾਹੀਦੀ ਹੈ। ਫੈਸਲੇ ਇੱਕੋ ਜਿਹੇ ਹੋਣੇ ਚਾਹੀਦੇ ਨੇ, ਕੋਈ ਬਾਹਲਾ ਫਰਕ ਨਹੀਂ ਪੈਂਦਾ। ਜੇ ਕਿਸੇ ਦਾ ਕੋਈ ਵੱਖਰਾ ਵਿਚਾਰ ਹੈ, ਉਹ ਡਿਸੈਂਟਿੰਗ ਨੋਟ ਲਿਖਾ ਸਕਦਾ ਉੱਥੇ ਕਿ ਆਹ ਮੇਰਾ ਵਿਚਾਰ ਹੈ ਤੇ ਮੇਰਾ ਨਹੀਂ ਅਜੇ ਮੰਨਿਆ ਜਾ ਰਿਹਾ। ਔਰ ਇਕੱਲੇ ਮੇਰਾ ਖਿਆਲ ਹੈ ਜਿਹੜੀ ਅੰਦੋਲਨ ਹੁੰਦਾ ਉਹਦੀ ਕਮਜ਼ੋਰੀ ਨਜ਼ਰ ਆਉਂਦੀ ਹੈ। ਜਿਹੜੀ ਗੱਲਬਾਤ ਦਾ ਸਵਾਲ ਹੈ, ਔਰ ਪਹਿਲੇ ਦਿਨ ਜਿਹੜੀ ਗੱਲ ਹੋਈ ਸੀ ਜਦੋਂ ਬੀਜੇਪੀ ਦੇ ਲੀਡਰ ਗਏ ਸੀ, ਇਹ ਸੁਰਜੀਤ ਕੁਮਾਰ ਜੈਣੀ ਦੀ ਅਗਵਾਈ ਦੇ ਵਿੱਚ, ਉਹ ਰਾਜਨਾਥ ਸਿੰਘ ਹੋਣਾ ਨੂੰ ਮਿਲੇ ਸੀ। ਰਾਜਨਾਥ ਸਿੰਘ ਹੋਣਾ ਦੇ ਯਕੀਨ ਦੇ ਉੱਤੇ ਹੀ ਕੁਝ ਕਹਿੰਦੇ ਨੇ ਆਗੂਆਂ ਨਾਲ ਗੱਲ ਕਰਕੇ ਇਹ ਫੈਸਲਾ ਕੀਤਾ ਸੀ ਕਿ ਮੀਟਿੰਗ ਲਈ ਬੁਲਾਇਆ ਜਾਏਗਾ। ਤੇ ਹੁਣ ਦੀ ਮੀਟਿੰਗ 'ਚੋਂ ਰਾਜਨਾਥ ਸਿੰਘ ਗਾਇਬ ਨੇ। ਜਿਹੜੀ ਮੀਟਿੰਗ ਹੋਣੀ ਹੈ, ਮੀਟਿੰਗ 2 ਮੰਤਰੀਆਂ ਨਾਲ ਹੋਣੀ ਹੈ, ਜਿਹੜਾ ਖੇਤੀ ਮੰਤਰੀ ਨੇ ਉਹਨਾਂ ਦੇ ਨਾਲ ਨਰਿੰਦਰ ਤੋਮਰ, ਤੇ ਜਿਹੜਾ ਪਿਊਸ਼ ਗੋਇਲ ਜਿਹੜਾ ਰੇਲਵੇ ਮੰਤਰੀ ਉਹਦੇ ਨਾਲ। ਤੇ ਇਹਦੇ 'ਚੋਂ ਇਹ ਨਜ਼ਰ ਆਉਂਦਾ ਹੈ ਕਿ ਇਹਦਾ ਮਤਲਬ ਉਹ ਗੰਭੀਰਤਾ ਨਹੀਂ ਜਿਹੜੀ ਜੇ ਤੁਸੀਂ ਕਮਿਟਮੈਂਟ ਕੀਤੀ ਸੀ ਐਜ ਰੱਖਿਆ ਮੰਤਰੀ ਰਾਜਨਾਥ, ਔਰ ਸੀਨੀਅਰ ਲੀਡਰ ਬੀਜੇਪੀ ਦੇ ਪ੍ਰਧਾਨ ਵੀ ਰਹੇ ਨੇ, ਇੱਕ ਵੱਡੇ ਕੱਦ ਦੇ ਆਗੂ ਸੀ, ਤੇ ਉਹਨਾਂ ਦਾ ਵਾਪਸ ਜਾਣਾ ਇਹ ਚੰਗਾ ਮਤਲਬ ਸੰਕੇਤ ਨਹੀਂ ਹੈ। ਦੂਸਰੀ ਗੱਲ ਇਹ ਸੀ ਕਿ ਉਸੇ ਦੇ ਵਿੱਚ ਹੀ ਫਿਰ ਤੁਸੀਂ ਜਿਹੜੀਆਂ ਪਾਬੰਦੀਆਂ ਲਾਈਆਂ ਹੋਈਆਂ ਨੇ ਕਿ ਰੇਲ ਨਹੀਂ ਜਾਏਗੀ, ਔਰ ਇਹਦੇ ਬਾਵਜੂਦ ਕਿ ਮੁੱਖ ਮੰਤਰੀ ਨੇ ਲਿਖ ਕੇ ਦੇ ਦਿੱਤਾ, ਇਹਦੇ ਬਾਵਜੂਦ ਕਿ ਕਿਸਾਨ ਉਹਨਾਂ ਰੇਲਵੇ ਸਟੇਸ਼ਨਾਂ ਤੋਂ ਵੀ ਪਿੱਛੇ ਚਲੇ ਗਏ ਨੇ, ਪਹਿਲਾਂ ਉਹਦੇ 'ਚ ਸੀ, ਫਿਰ ਵੀ ਤੁਸੀਂ ਰੇਲ ਨਹੀਂ ਚਲਾ ਰਹੇ। ਉਹਦੇ 'ਚੋਂ ਵੀ ਮਤਲਬ ਇਹ ਗੱਲ ਆਉਂਦੀ ਹੈ ਕਿ ਅਜੇ ਪੂਰੀ ਤਰ੍ਹਾਂ ਕੋਈ ਬਹੁਤ ਜ਼ਿਆਦਾ ਮਾਹੌਲ ਨਹੀਂ ਬਣਾ ਰਹੇ ਗੱਲਬਾਤ ਲਈ, ਜਿਹੜਾ ਮਾਹੌਲ ਬਣਨਾ ਚਾਹੀਦਾ। ਫਿਰ ਵੀ ਗੱਲਬਾਤ ਲਈ ਜਾਣਾ ਇੱਕ ਠੀਕ ਹੈ, ਕੀ ਨਿਕਲਦਾ ਕੀ ਨਹੀਂ ਉਹਦੇ 'ਚੋਂ ਇਹ ਸੰਕੇਤ ਤਾਂ ਮਿਲਦੇ ਨੇ ਕਿ ਫਿਲਹਾਲ ਕੋਈ ਬਹੁਤ ਜ਼ਿਆਦਾ ਮਤਲਬ ਨਤੀਜਾ ਨਿਕਲਣ ਦੇ ਆਸਾਰ ਘੱਟ ਲੱਗਦੇ ਨੇ। ਉਹ ਇਸ ਗੱਲ 'ਚੋਂ ਵੀ ਘੱਟ ਲੱਗਦੇ ਨੇ ਜਿਵੇਂ ਪ੍ਰਧਾਨ ਮੰਤਰੀ ਨੇ 2 ਦਿਨ ਪਹਿਲਾਂ ਹੀ ਬਿਆਨ ਦਿੱਤਾ ਹੈ ਕਿ ਅਸੀਂ ਜਿਹੜੇ ਕਾਨੂੰਨ ਬਣਾਏ ਨੇ, ਔਰ ਜਿਵੇਂ ਕਿ ਪਹਿਲਾਂ ਬੀਜੇਪੀ ਵਾਲੇ ਦੂਜੇ ਲੀਡਰ ਵੀ ਕਹਿੰਦੇ ਰਹੇ ਨੇ, ਇਹ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ ਤੇ ਇਸ ਲਈ ਕਿਸਾਨਾਂ ਨੂੰ ਸਮਝਾਉਣਾ। ਜੇ ਤਾਂ ਸਮਝਾਉਣ ਦਾ ਹੀ ਹਜੇ ਤੱਕ ਮਾਮਲਾ ਖੜਾ ਹੈ, ਫਿਰ ਤਾਂ ਕੁਝ ਨਹੀਂ ਹੋਣਾ ਉਹਦੇ 'ਚੋਂ। ਜੇ ਇੱਕ ਦੂਜੇ ਦੀ ਗੱਲ ਦੇ ਕਦਰ ਕਰਨ ਦਾ ਸਵਾਲ ਹੈ ਤੇ ਇੱਕ ਦੂਜੇ ਤੋਂ ਦਲੀਲਾਂ ਸੁਣਨ ਦਾ ਸਵਾਲ ਹੈ, ਕਿਹਨੂੰ ਕੀ ਨਹੀਂ ਠੀਕ ਲੱਗਦਾ ਤੇ ਉਹਦੀ ਗੱਲ 'ਚ ਵਜਨ ਹੈ ਤਾਂ ਮੰਨਣ ਦਾ ਸਵਾਲ ਹੈ, ਤਾਂ ਅਲੱਗ ਤਰ੍ਹਾਂ ਦੀ ਪੋਲੀਟੀਕਲ ਸਰਕਲਾਂ 'ਚ ਇਸ ਲਈ ਵੀ ਸੋਚਿਆ ਜਾ ਰਿਹਾ ਰਾਜਨੀਤਿਕ ਖੇਤਰਾਂ ਦੇ ਵਿੱਚ ਕਿ ਬਿਹਾਰ ਜਿੱਤਣ ਤੋਂ ਬਾਅਦ ਬੀਜੇਪੀ ਸ਼ਾਇਦ ਹੋਰ ਅਲੱਗ-ਅਲੱਗ ਤਰ੍ਹਾਂ, ਜਿਵੇਂ ਪੰਜਾਬ ਦੇ ਬੀਜੇਪੀ ਦੇ ਲੀਡਰ ਇੱਥੇ ਗੱਲਾਂ ਕਰ ਰਹੇ ਨੇ ਉਦੋਂ ਬਾਅਦ ਟੀਵੀ ਚੈਨਲਾਂ ਦੇ ਉੱਤੇ ਕਿ ਹੁਣ ਪੰਜਾਬ ਵੀ ਅਸੀਂ ਪੂਰੇ ਦਾ ਪੂਰਾ ਇਕੱਲੇ ਜਿੱਤਾਂਗੇ ਜਿਵੇਂ ਬਿਹਾਰ ਜਿੱਤੇ ਹੈ। ਉਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਹੰਕਾਰ ਤੇ ਹਉਮੈ ਵੱਲ ਲੈ ਕੇ ਜਾਂਦੀਆਂ ਨੇ।
ਉਹ ਗੱਲਾਂ ਅਜੇ ਕਿਸਾਨ ਅੰਦੋਲਨ ਨੂੰ ਹੋਰ ਰੂਪ ਚ ਲੈਂਦੀਆਂ ਨੇ ਤੇ ਅਜੇ ਤੱਕ ਬੀਜੇਪੀ ਦੀ ਲੀਡਰਸ਼ਿਪ ਚੋਂ ਵੱਡਾ ਹਿੱਸਾ ਇਹ ਮੰਨ ਨਹੀਂ ਰਿਹਾ ਕਿ ਇਹ ਕਿਸਾਨ ਅੰਦੋਲਨ ਹੈ। ਵੱਡਾ ਹਿੱਸਾ ਅਜੇ ਮੰਨ ਲਿਆ ਕਿ ਇਹ ਕਾਂਗਰਸ ਦਾ ਮਤਲਬ ਭੜਕਾਇਆ ਹੋਇਆ ਇੱਕ ਅੰਦੋਲਨ ਹੈ। ਕਾਂਗਰਸ ਦੇ ਝੰਡਿਆਂ ਦੀ ਬਜਾਏ ਉਹਨਾਂ ਨੂੰ ਕਿਸਾਨ ਝੰਡੇ ਫੜਾ ਦਿੱਤੇ ਗਏ ਨੇ। ਪਹਿਲਾਂ ਕਿਸੇ ਚੀਜ਼ ਬਾਰੇ ਜ਼ਮੀਨੀ ਤੌਰ ਤੇ ਹਕੀਕੀ ਤੌਰ ਤੇ ਸਮਝਣਾ ਤੇ ਉਹਨੂੰ ਮੰਨਣਾ ਹੁੰਦਾ ਹੈ, ਉਸ ਤੋਂ ਬਾਅਦ ਅਗਲੀ ਗੱਲ ਤੁਰਦੀ ਹੈ। ਇਹ ਗੱਲਬਾਤ ਦੇ ਵਿੱਚ ਇਹ ਕਮਜ਼ੋਰੀਆਂ ਸਾਫ਼ ਦਿਖਾਈ ਦੇ ਰਹੀਆਂ ਨੇ ਜਿਹਦੇ ਚੋਂ ਲੱਗਦਾ ਹੈ। ਪਰ ਫਿਰ ਵੀ ਹਰ ਗੱਲ ਜਮਹੂਰੀਅਤ ਦੇ ਵਿੱਚ ਹਰ ਗੱਲਬਾਤ ਦਾ ਸਵਾਗਤ ਕਰਨਾ ਚਾਹੀਦਾ ਹੈ ਔਰ ਗੱਲਬਾਤ ਲਈ ਜਾਣਾ ਤੇ ਗੱਲਬਾਤ ਦੇ ਵਿੱਚ ਜਾ ਕੇ ਆਪੋ ਆਪਣਾ ਵਿਊ ਪੁਆਇੰਟ ਰੱਖਣਾ। ਜੇ ਨਹੀਂ ਸਹਿਮਤੀ ਹੁੰਦੀ ਤਾਂ ਨਾ ਸਹਿਮਤੀ ਦੇਣਾ, ਜੇ ਸਹਿਮਤੀ ਹੁੰਦੀ ਹੈ ਸਹਿਮਤੀ ਦੇਣਾ। ਇਹ ਗੱਲ ਦੀ ਮਹੱਤਵ ਇਹੀ ਹੈ ਕਿ ਕੱਲ੍ਹ ਨੂੰ ਦੋਨਾਂ ਧਿਰਾਂ ਦੀ ਇੱਕ ਵਾਰ ਮੀਟਿੰਗ ਮੰਤਰੀ ਪੱਧਰ ਤੇ ਹੋ ਰਹੀ ਹੈ ਪਹਿਲੀ ਵਾਰ। ਹਮੀਰ ਸਿੰਘ ਜੀ, ਮੈਂ ਤੁਹਾਨੂੰ ਟੋਕਣਾ ਚਾਹਾਂਗਾ ਵੀ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਤਾਂ ਗੱਲਬਾਤ ਲਈ ਸੱਦਾ ਦਿੱਤਾ ਗਿਆ, ਕਿ ਉਹਨਾਂ ਵੱਲੋਂ ਸੂਬਾ ਸਰਕਾਰ ਨਾਲ ਵੀ ਗੱਲਬਾਤ ਲਈ ਕੋਈ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਹੈ? ਬਿਲਕੁਲ, ਜਿਵੇਂ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੇ ਨਾਂ ਤੇ ਚਿੱਠੀ ਆਈ ਹੈ ਖੇਤੀਬਾੜੀ ਸਕੱਤਰ ਨੂੰ, FCD ਜਿਹਨੂੰ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਜਿਹੜਾ ਖੇਤੀਬਾੜੀ ਦੇਖਦਾ, ਉਹਨੂੰ ਵੀ ਚਿੱਠੀ ਆਈ ਹੈ ਤੇ ਉਹ ਚਿੱਠੀ ਦੇ ਵਿੱਚ ਲਿਖਿਆ ਗਿਆ ਕਿ ਪੰਜਾਬ ਸਰਕਾਰ ਦੀ ਨੁਮਾਇੰਦਗੀ ਵੀ ਉਹਦੇ 'ਚ ਹੋਣੀ ਹੈ। ਹੁਣ ਪੰਜਾਬ ਸਰਕਾਰ ਵੱਲੋਂ FCD ਸੈਕਟਰੀ ਪੱਧਰ ਤੇ ਖੁਦ ਅਧਿਕਾਰੀ ਜਾਂਦੇ ਨੇ ਜਾਂ ਉਦੋਂ ਹੇਠਲੇ ਡਾਇਰੈਕਟਰ ਪੱਧਰ ਤੇ ਜਾਂ ਬਾਕੀ ਅਧਿਕਾਰੀਆਂ ਨੂੰ ਭੇਜਿਆ ਜਾਂਦਾ, ਇਹ ਅਲੱਗ ਸਵਾਲ ਹੈ। ਦੂਜਾ ਸਵਾਲ ਇਹ ਵੀ ਹੈ ਕਿ ਕੀ ਪੰਜਾਬ ਸਰਕਾਰ ਉੱਥੇ ਜਾ ਕੇ ਆਪਣਾ ਪੁਆਇੰਟ ਆਫ ਵਿਊ ਵੀ ਰੱਖੇਗੀ ਜਾਂ ਕੇਵਲ ਦੋਨਾਂ ਦੀ ਗੱਲਬਾਤ ਸੁਣ ਕੇ ਆ ਜਾਏਗੀ? ਔਰ ਜੇ ਰੱਖਣੀ ਹੈ ਤਾਂ ਇਹਦੇ 'ਚ ਜ਼ਰੂਰ ਇੱਕ ਵਜ਼ਨਦਾਰ ਤਰੀਕੇ ਦੇ ਨਾਲ, ਮੇਰਾ ਖਿਆਲ ਹੈ ਜਿੰਨੀ ਕਿ ਮੇਰੀ ਸੂਚਨਾ ਹੈ ਕਿ ਚੀਫ ਮਿਨਿਸਟਰ ਨੇ ਸ਼ਾਇਦ ਇਹ ਸੰਕੇਤ ਦਿੱਤਾ ਹੈ ਉਹਨਾਂ ਨੂੰ ਜਿਹੜੇ ਜਾਣਗੇ ਵੀ ਕਿ ਤੁਸੀਂ ਆਪਣੀ ਗੱਲ ਠੋਸ ਰੂਪ 'ਚ ਆਪਣੇ ਪੁਆਇੰਟ ਰੱਖਣੇ ਚਾਹੀਦੇ ਨੇ। ਉੱਥੇ ਵੀ ਜਿਹੜੀ ਗੱਲਬਾਤ ਮੰਤਰੀਆਂ ਦੇ ਸਾਹਮਣੇ ਹੋਏਗੀ ਉਹਦੇ 'ਚ ਦੋ ਮੋਟੀਆਂ ਗੱਲਾਂ ਨੇ। ਮੋਟੀਆਂ ਗੱਲਾਂ ਇਹ ਨੇ ਕਿ ਜਦੋਂ ਚੀਫ ਮਿਨਿਸਟਰ ਤੇ MP ਪੰਜਾਬ ਦੇ ਵੱਖ-ਵੱਖ ਰੇਲਵੇ ਮਿਨਿਸਟਰ ਨੂੰ ਮਿਲ ਚੁੱਕੇ ਨੇ ਤੇ ਬਾਕੀਆਂ ਨੂੰ ਮਿਲ ਚੁੱਕੇ ਨੇ, ਤਾਂ ਰੇਲ ਕਿਉਂ ਨਹੀਂ ਚੱਲਦੀ, ਇਹ ਪੰਜਾਬ ਸਰਕਾਰ ਦਾ ਰੋਸ ਇਸ ਮੀਟਿੰਗ 'ਚ ਵੀ ਉਭਰਨਾ ਚਾਹੀਦਾ ਉਸੇ ਗੱਲ ਕਰਕੇ। ਦੂਜੀ ਗੱਲ ਉਹ ਇਸ ਕਰਕੇ ਉਭਰਨਾ ਚਾਹੀਦਾ ਕਿ ਸਾਡੇ ਨਾਲ ਬਿਨਾਂ ਸਹਿਮਤੀ ਤੋਂ ਤੁਸੀਂ ਉਹ ਕਾਨੂੰਨ ਬਣਾਤੇ ਨੇ। ਉਹ ਤੀਜਾ ਇਸ ਕਰਕੇ ਕਿ ਫੈਡਰਲਿਜ਼ਮ ਦਾ ਬਹੁਤ ਬੜਾ ਮੁੱਦਾ ਹੈ। ਤੁਸੀਂ ਰਾਜਾਂ ਨੂੰ ਬਾਈਪਾਸ ਕਰਕੇ ਆਪਣੀਆਂ ਗੱਲਾਂ ਜਿਹੜੀਆਂ ਚਲਾ ਰਹੇ ਹੋ ਤੇ ਆਪਣੇ ਤਰੀਕੇ ਨਾਲ ਖੇਤੀਬਾੜੀ ਨੂੰ ਵੀ ਤੇ ਉਹਦੇ ਵਪਾਰ ਨੂੰ ਵੀ ਸਾਰਿਆਂ ਨੂੰ ਸੈਂਟਰਲਾਈਜ਼ ਕਰ ਲਿਆ। ਇਹ ਨਹੀਂ ਹੈ ਬਰਦਾਸ਼ਤ ਕਰਨਯੋਗ। ਇਹ ਪੋਲੀਟੀਕਲ ਇਸ਼ੂ ਹੈ ਸਟੇਟ ਵਰਸਜ ਕੇਂਦਰ। ਇਸ ਲਈ ਪੰਜਾਬ ਸਰਕਾਰ ਦਾ ਇਹ ਫਰਜ਼ ਬਣਦਾ ਕਿ ਉਸ ਗੱਲਬਾਤ ਦੇ ਵਿੱਚ ਜਿਹੜੇ ਅਧਿਕਾਰੀ ਜਾਣਗੇ ਕਿ ਉਹ ਆਪਣਾ ਸਟੈਂਡ ਲੈਣ। ਕਿਸਾਨਾਂ ਦਾ ਆਪਣਾ ਫਰਜ਼ ਬਣਦਾ ਤੇ ਕਿ ਇਹਦੇ ਨਾਲ ਹੀ ਜੁੜੇ ਹੋਏ ਜਿਹੜੇ ਸਟੈਂਡ ਨੇ ਉਹ ਘੱਟੋ ਘੱਟ ਸਮਰਥਨ ਮੁੱਲ ਦਾ ਵੀ ਆ, ਉਹ ਫੈਡਰਲਿਜ਼ਮ ਦਾ ਵੀ ਆ, ਉਹ ਬਾਕੀ ਹੈ ਕੀ ਦਿੰਦੇ ਨੇ। ਪਹਿਲਾਂ ਮੰਗ ਪੱਤਰ ਇੱਕ ਦੇ ਕੇ ਆਏ ਨੇ ਵੱਖ-ਵੱਖ ਮੰਗਾਂ ਵਾਲਾ, ਤੇ ਹੁਣ ਵੀ ਅੱਗੇ ਮੇਰਾ ਖਿਆਲ ਹੈ ਇਸੇ ਤੇ ਹੀ ਗੱਲਬਾਤ ਜਿਹੜੀ ਉਸ ਰੂਪ ਦੇ ਵਿੱਚ ਚੱਲਣੀ ਹੈ। ਉਹ ਕਹਿ ਰਹੇ ਕਿ ਨਵਾਂ ਕਾਨੂੰਨ ਬਣਾਇਆ ਜਾਣਾ ਚਾਹੀਦਾ। ਵਿਧਾਨ ਸਭਾ ਨੇ ਵੀ ਪੰਜਾਬ ਦੀ ਨੇ ਇਹੀ ਪਾਸ ਕੀਤਾ ਕਿ ਨਵਾਂ ਕਾਨੂੰਨ ਬਣੇ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਕਰੇ ਤੇ ਇਸ ਤੋਂ ਬਾਅਦ ਬਾਕੀ ਦੀਆਂ ਫਸਲਾਂ ਦੇ ਮਾਮਲੇ ਦੇ ਵਿੱਚ ਵੀ ਗੌਰਮੈਂਟ ਨੂੰ ਗਰੰਟੀ ਕਰਨੀ ਚਾਹੀਦੀ ਹੈ। ਪਰ ਇਹਦੇ ਨਾਲ ਫੈਡਰਲਿਜ਼ਮ ਦਾ ਇੱਕ ਇਸ਼ੂ ਬੜਾ ਵੱਡਾ ਇਸ਼ੂ ਹੈ। ਇਹਦੇ 'ਚ ਪੰਜਾਬ ਸਰਕਾਰ ਤੇ ਪੰਜਾਬ ਕਿਸਾਨ ਜਥੇਬੰਦੀਆਂ ਦੋਨੋਂ ਜਾਣਗੀਆਂ। ਇਸ ਕਰਕੇ ਕੱਲ੍ਹ ਦੀ ਮੀਟਿੰਗ ਹੋਰ ਵੀ ਮਹੱਤਵਪੂਰਨ ਹੋ ਰਹੀ ਹੈ। ਜੀ ਹਮੀਰ ਸਿੰਘ ਜੀ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਹੈ ਤੇ ਕਿਸਾਨ ਆਗੂ ਵੀ ਕਹਿ ਰਹੇ ਨੇ ਵੀ ਕੇਂਦਰ ਸਰਕਾਰ ਵੱਲੋਂ ਜਿਹੜਾ ਸੀ ਰੇਲ ਗੱਡੀਆਂ ਚਲਾ ਕੇ ਇੱਕ ਮਾਹੌਲ, ਇਸ ਮੀਟਿੰਗ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਨੀ ਸੀ, ਪਰ ਕੇਂਦਰ ਸਰਕਾਰ ਵੱਲੋਂ ਤਰ੍ਹਾਂ ਤਰ੍ਹਾਂ ਦੀ ਦਲੀਲਾਂ ਦੇ ਕੇ ਹਾਲੇ ਤੱਕ ਕੋਈ ਮਾਲ ਗੱਡੀ, ਕੋਈ ਪੈਸੇਂਜਰ ਮੁਸਾਫਰ ਗੱਡੀ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਚਲਾਈ ਨਹੀਂ ਗਈ। ਉਹਨਾਂ ਵੱਲੋਂ ਤਰ੍ਹਾਂ ਤਰ੍ਹਾਂ ਦੀ ਦਲੀਲਾਂ ਦਿੱਤੀਆਂ ਜਾ ਰਹੀਆਂ। ਜਿਹੜੀਆਂ ਕੇਂਦਰ ਸਰਕਾਰ ਵੱਲੋਂ ਇਹ ਗੱਡੀਆਂ ਨਾ ਚਲਾਉਣ ਸੰਬੰਧੀ ਦਲੀਲਾਂ ਦਿੱਤੀਆਂ ਜਾ ਰਹੀਆਂ, ਉਹ ਕਿੰਨੀਆਂ ਕੁ ਵਾਜਬ ਨੇ? ਤੇ ਦੂਜੇ ਪਾਸੇ ਜੇ ਗੱਲ ਕਰੀਏ, ਉਹੀ ਕੇਂਦਰ ਸਰਕਾਰ ਦੇ ਇੱਕ ਸੰਸਦ ਮੈਂਬਰ ਸਨੀ ਦਿਓਲ ਵੱਲੋਂ ਰੇਲ ਗੱਡੀਆਂ ਚਲਾਉਣ ਬਾਰੇ ਇੱਕ ਪੱਤਰ ਵੀ ਲਿਖਿਆ ਜਾਂਦਾ ਹੈ। ਉਸ ਪੱਤਰ ਦੇ ਵਿੱਚ ਉਸ ਵੱਲੋਂ ਕੀ ਲਿਖਿਆ ਜਾਂਦਾ, ਕੀ ਮੰਗ ਕੀਤੀ ਜਾਂਦੀ ਹੈ, ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਅਸਲ ਦੇ ਵਿੱਚ ਤਾਂ ਇਹ ਹੈ ਕਿ ਪਹਿਲੀ ਗੱਲ ਤਾਂ ਸਨੀ ਦਿਓਲ ਪੰਜਾਬ ਤੋਂ ਜਿੱਤਿਆ, ਗੁਰਦਾਸਪੁਰ ਤੋਂ, ਤੇ ਉਹ ਇੱਕ ਹਿੰਦੀ 'ਚ ਚਿੱਠੀ ਭੇਜ ਰਿਹਾ ਪੰਜਾਬ ਦੇ ਕਿਸਾਨਾਂ ਦੇ ਨਾਂ ਕਿ ਕਿਸਾਨਾਂ ਨੂੰ ਗੱਲਬਾਤ ਲਈ ਜਾਣਾ ਚਾਹੀਦਾ। ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਕਿਸਾਨ ਪੰਜਾਬੀ ਸਮਝਦੇ ਨੇ ਜ਼ਿਆਦਾ। ਪੰਜਾਬੀ ਇੱਕ ਲੈਂਗੁਏਜ ਦਾ ਸਵਾਲ ਹੈ। ਲੈਂਗੁਏਜ ਇੱਕ ਹੋਂਦ ਨਾਲ ਵੀ ਜੁੜੀ ਹੁੰਦੀ ਹੈ, ਇੱਕ ਪਛਾਣ ਨਾਲ ਜੁੜੀ ਹੁੰਦੀ ਹੈ। ਇਸ ਲਈ ਚਿੱਠੀ ਚਾਹੇ ਇਹ ਵੀ ਕਿਸੇ ਨੇ ਲਿਖੀ ਹੈ, ਉਹਨੇ ਦਸਤਖਤ ਕੀਤੇ ਨੇ, ਕਿਸੇ ਤੋਂ ਪੰਜਾਬੀ 'ਚ ਲਿਖਾ ਲੈਂਦਾ ਤਾਂ ਜ਼ਿਆਦਾ ਬਿਹਤਰ ਸੀ ਪੰਜਾਬ ਦੇ ਕਿਸਾਨਾਂ ਨੂੰ ਜੇ ਐਡਰੈਸ ਕਰਨਾ ਹੋਵੇ। ਠੀਕ ਹੈ, ਪੰਜਾਬ ਦੀ ਸਰਕਾਰ ਨੂੰ ਅੰਗਰੇਜ਼ੀ 'ਚ ਭੇਜੀ ਜਾ ਸਕਦੀ ਹੈ ਜਾਂ ਬਾਕੀ ਉਹ ਅਲੱਗ ਸਵਾਲ ਹੈ। ਦੂਜੀ ਗੱਲ ਇਹ ਹੈ ਕਿ ਉਹਨੇ ਕਦੇ ਆ ਕੇ ਐਜ ਏ ਮੈਂਬਰ ਪਾਰਲੀਮੈਂਟ ਕਿਸਾਨ ਜਥੇਬੰਦੀਆਂ ਨਾਲ, ਕਿਸਾਨ ਆਗੂਆਂ ਨਾਲ ਗੱਲ ਕਰਨ ਦੀ ਲੋੜ ਕਿਉਂ ਨਹੀਂ ਸਮਝੀ? ਤੁਸੀਂ ਰਿਪਰੈਜ਼ੈਂਟ ਕਰਦੇ ਹੋ, ਤੁਹਾਡੇ ਏਰੀਏ ਦੇ ਲੋਕ ਨੇ ਸਮੇਤ ਉਹ ਸਾਰੇ ਸੜਕਾਂ ਤੇ ਬੈਠੇ ਨੇ, ਰੇਲਵੇ ਲਾਈਨਾਂ ਤੇ ਬੈਠੇ ਨੇ, ਔਰ ਉਹ ਕਹਿੰਦਾ ਮੈਨੂੰ ਮੀਡੀਆ ਤੋਂ ਪਤਾ ਲੱਗਿਆ, ਚਿੱਠੀ 'ਚ ਲਿਖਿਆ ਹੋਇਆ ਕਿ ਮੈਨੂੰ ਖਬਰਾਂ ਤੋਂ ਪਤਾ ਲੱਗਿਆ। ਤੂੰ ਕਿਹੋ ਜਿਹਾ ਸੰਸਦ ਮੈਂਬਰ ਹੈ ਜਿਹਨੂੰ ਖਬਰਾਂ ਤੋਂ ਪਤਾ ਲੱਗੇ, ਜਿਹਦਾ ਕੋਈ ਲਾਈਵ ਕੰਟੈਕਟ ਹੀ ਨਹੀਂ ਆਪਣੇ ਲੋਕਾਂ ਦੇ ਨਾਲ? ਤੈਨੂੰ ਲੋਕਾਂ ਤੋਂ ਪਤਾ ਲੱਗਣਾ ਚਾਹੀਦਾ, ਤੂੰ ਖਬਰ ਦੇਣੀ ਹੁੰਦੀ ਹੈ। ਤੂੰ ਖਬਰਾਂ ਤੋਂ ਪਤਾ ਕਰਕੇ ਇੱਕ ਚਿੱਠੀ ਲਿਖ ਰਿਹਾ, ਉਹ ਵੀ 1.5 ਮਹੀਨੇ ਬਾਅਦ।
ਮਤਲਬ ਅੱਜ ਨਹੀਂ ਕਿ ਉਦੋਂ ਹੀ ਮੌਕੇ ਤੇ ਜਾਂ ਦੂਜੇ ਤੀਜੇ ਜਦੋਂ ਵੀ ਮਰਜੀ। ਇਸ ਲਈ ਇਹ ਰੂਟਲੈਸ ਸਵਾਲ ਹੈ। ਮਤਲਬ ਜਿਵੇਂ ਵੀ ਇਹ ਕਿਹਾ ਜਾਂਦਾ, ਜਦੋਂ ਰੂਟਲੈਸ ਵਿਅਕਤੀ ਹੁੰਦਾ ਉਹਦਾ ਕੋਈ ਇੱਥੇ ਜੜ ਨਹੀਂ ਹੁੰਦੀ, ਤੁਸੀਂ ਉਹਨਾਂ ਨਾਲ ਸੰਪਰਕ 'ਚ ਨਹੀਂ ਹੁੰਦੇ ਤੇ ਤੁਸੀਂ ਬੰਬੇ ਬੈਠ ਕੇ ਇੰਜੋਏ ਕਰਦੇ ਹੋ ਤੇ ਮੁੜ ਕੇ ਤੁਹਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਤੁਹਾਡਾ ਇਹ ਕਹਿਣਾ ਜੀ ਮੋਦੀ ਜੀ ਬਹੁਤ ਚਿੰਤਤ ਨੇ ਤੁਹਾਡੇ ਲਈ ਫਲਾਨਾ ਤੇ ਕਹੋ ਚਿੱਠੀ 'ਚੋਂ ਗੁਣਗਾਨ, ਉਹ ਤਾਂ ਸਾਰੇ ਪਤਾ ਸਭ ਨੂੰ ਕਰਨਾ ਤੇ ਤੁਸੀਂ ਕਰ ਰਹੇ ਹੋ। ਤੁਸੀਂ ਪੰਜਾਬ ਦੀ ਸਾਈਡ ਨਹੀਂ ਲੈ ਰਹੇ। ਉਹਦੇ ਤੋਂ ਤਾਂ ਬੀਜੇਪੀ ਦੇ ਉਹ ਆਗੂ ਬੈਟਰ ਨੇ, ਚਾਹੇ ਉਹ ਜੈਣੀ ਹੋਵੇ ਚਾਹੇ ਉਹ ਬਾਕੀ ਦੇ ਲੀਡਰ ਹੋਣ, ਜਿਹੜੇ ਸਟੈਂਡ ਤਾਂ ਲੈ ਰਹੇ ਨੇ ਕਿ ਹਾਂ ਕਿਸਾਨਾਂ ਦੀ ਪ੍ਰੋਬਲਮ ਹੈ, ਗਵਰਨਮੈਂਟ ਆਫ ਇੰਡੀਆ ਨੂੰ ਸੁਣਨੀ ਚਾਹੀਦੀ ਹੈ। ਨੰਬਰ 1। ਨੰਬਰ 2 ਉਹ ਕਹਿ ਰਿਹਾ ਕਿ ਚੀਫ ਮਿਨਿਸਟਰ ਰੇਲਾਂ ਚਲਾਏ। ਰੇਲਵੇ ਡਿਪਾਰਟਮੈਂਟ ਚੀਫ ਮਿਨਿਸਟਰ ਕੋਲ ਹੈ। ਚੀਫ ਮਿਨਿਸਟਰ ਨੇ ਲਿਖ ਕੇ ਦਿੱਤਾ ਹੈ ਕਿ ਚੀਫ ਮਿਨਿਸਟਰ ਦੀਆਂ ਹੋਰ ਹਜ਼ਾਰਾਂ ਕਮਜ਼ੋਰੀਆਂ ਇਸ ਗਵਰਨਮੈਂਟ ਦੀਆਂ ਨੇ, ਉਹਦੇ ਤੇ ਉਹ ਬੋਲਦੇ ਨਹੀਂ ਕਦੇ। ਨਾ ਘਰ ਘਰ ਰੁਜ਼ਗਾਰ ਦਿੱਤਾ ਤੇ ਨਾ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ, ਨਾ ਬਾਕੀ ਦੀਆਂ ਚੀਜ਼ਾਂ ਕੀਤੀਆਂ। ਉਹ ਸਾਰੀਆਂ ਚੀਜ਼ਾਂ ਤੇ ਤਾਂ ਤੁਸੀਂ ਬੋਲਦੇ ਨਹੀਂ। ਇਹਦੇ ਤੇ ਜਿਹੜੀ ਉਹਦਾ ਕੰਮ ਨਹੀਂ, ਜਿਹੜਾ ਕੇਂਦਰ ਸਰਕਾਰ ਦਾ ਕੰਮ ਹੈ, ਜਿਹੜਾ ਉਹਨੂੰ ਪਿਊਸ਼ ਗੋਇਲ ਨੂੰ ਤੇ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੀਦਾ ਕਿ ਰੇਲਾਂ ਚਲਾਓ। ਉਹਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਪੰਜਾਬ ਦੀ ਲੋੜ ਦਾ ਕਿ ਪੰਜਾਬ ਨੂੰ 15 ਜਨਵਰੀ ਤੱਕ 10 ਲੱਖ ਟਨ ਯੂਰੀਆ ਚਾਹੀਦਾ ਹੈ। ਔਰ ਯੂਰੀਆ ਇਸ ਕਰਕੇ ਨਹੀਂ ਆ ਸਕਦਾ ਕਿਉਂਕਿ ਉਹ ਕੰਟਰੋਲਡ ਮੂਵਮੈਂਟ ਹੈ। ਉਹਦੀ ਗਵਰਨਮੈਂਟ ਆਫ ਇੰਡੀਆ ਤੈਅ ਕਰਦੀ ਹੈ ਕਿ ਇਹ ਇੱਥੇ ਜਾਣਾ, ਇੱਥੇ ਜਾਣਾ, ਉਦੋਂ ਅੱਗੇ ਨਹੀਂ ਜਾ ਸਕਦਾ। ਅੰਬਾਲੇ ਤੱਕ ਟ੍ਰੇਨ ਆਉਂਦੀ ਹੈ ਤੇ ਅੰਬਾਲੇ ਤੋਂ ਲੁਧਿਆਣੇ ਕਿਉਂ ਨਹੀਂ ਆ ਸਕਦੀ? ਇਹ ਕਿਹਦੀ ਗੱਲ ਹੈ? ਇਹਦਾ ਮਤਲਬ ਤੁਸੀਂ ਆਪਣੇ ਪੀੜੀ ਹੇਠ ਸੋਟਾਂ ਫੇਰੋ ਤੇ ਉਸ ਗੱਲ ਨਾਲ ਨਾ ਕਰੋ। ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜੇ ਕਣਕ ਨਾ ਹੋਈ, ਕਣਕ ਦੇ ਵਾਸਤੇ ਬਹੁਤ ਜ਼ਰੂਰੀ ਚੀਜ਼ ਹੈ। 2 ਯੂਰੀਏ ਦੇ ਪਲਾਂਟ ਪੰਜਾਬ ਦੇ ਵਿੱਚ ਹੈਗੇ ਨੇ, ਇੱਕ ਨੰਗਲ ਦੇ ਵਿੱਚ ਹੈ, ਇੱਕ ਬਠਿੰਡੇ ਦੇ ਵਿੱਚ ਹੈ। ਉਹਨਾਂ ਦੀ ਸਮਰੱਥਾ ਡੇਲੀ 1500 ਟਨ ਦੀ ਹੈ ਤੇ ਉਹ ਦੋਨੋਂ ਰਲ ਕੇ ਵੀ ਇੱਕ ਮਹੀਨੇ 'ਚ 90,000 ਟਨ ਤੋਂ ਜ਼ਿਆਦਾ ਪੈਦਾਵਾਰ ਨਹੀਂ ਕਰ ਰਹੇ। ਤਾਂ ਪੰਜਾਬ ਨੂੰ ਕਿੱਥੋਂ ਆਉਣਾ? ਪੰਜਾਬ ਦਾ ਕੰਢਲਾ ਬੰਦਰਗਾਹ ਤੇ ਜਾਊ। ਔਰ ਜੇ ਪੰਜਾਬ ਨੇ ਡਾਇਰੈਕਟ ਵੀ ਕਰਨਾ ਜਾਂ ਚੀਫ ਮਿਨਿਸਟਰ ਪੰਜਾਬ ਦਾ ਸਟੈਂਡ ਲਵੇ ਕਿ ਹਾਂ ਅਸੀਂ ਆਪਣੇ ਆਪ ਹੀ ਕਿਸਾਨਾਂ ਨੂੰ ਮਤਲਬ ਔਖ ਨਹੀਂ ਆਉਣ ਦਿਆਂਗੇ। ਜੇ ਗਵਰਨਮੈਂਟ ਆਫ ਇੰਡੀਆ ਜ਼ਬਰਦਸਤੀ ਕਰਦੀ ਹੈ, ਅਸੀਂ ਪੈਸੇ ਖਰਚਾਂਗੇ ਟਰਾਂਸਪੋਰਟ ਦੇ। ਇੱਕ ਅੰਦਾਜ਼ੇ ਅਨੁਸਾਰ ਜੇ ਕਾਂਡਲੇ ਤੋਂ ਟਰੱਕਾਂ ਰਾਹੀਂ ਡਾਇਰੈਕਟ ਢੋਣੀ ਹੋਵੇ ਪੰਜਾਬ ਦੀ ਯੂਰੀਆ ਤਾਂ ਲਗਭਗ 50 ਕਰੋੜ ਰੁਪਏ ਦੀ ਇੱਕ ਅਮਾਊਂਟ ਚਾਹੀਦੀ ਹੈ। ਮੈਨੂੰ ਲੱਗਦਾ ਕਿ 50 ਕਰੋੜ ਬਹੁਤ ਬੜਾ ਮਾਮਲਾ ਨਹੀਂ ਹੈ। ਜੇ ਸੂਬਾ ਸਰਕਾਰ ਆਪਣੇ ਵੱਲੋਂ ਖਰਚ ਕਰੇ ਤੇ ਆਪਣੇ ਵੱਲੋਂ ਖਰਚ ਕਰਕੇ ਉਹਨੂੰ ਲਿਆਉਣਾ ਚਾਹੀਦਾ। ਇਸ ਮਾਮਲੇ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਲੋੜ ਉਸ ਰੂਪ 'ਚ ਪੂਰੀ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਜਦੋਂ ਟਕਰਾਅ ਚੱਲ ਹੀ ਰਿਹਾ ਸੂਬੇ ਤੇ, ਉਹਦੇ ਦੌਰਾਨ ਤਾਂ ਹੌਜਰੀ ਵਾਲਿਆਂ ਦਾ ਜਿਨ੍ਹਾਂ ਦਾ ਸਮਾਨ ਭਰਿਆ ਪਿਆ, ਉਹਨੂੰ ਪੰਜਾਬ ਗਵਰਨਮੈਂਟ ਕਹੇ ਕਿ ਜਿਹੜੀ ਟਰਾਂਸਪੋਰਟ ਕਾਸਟ ਤੁਹਾਡੀ ਵਧੇਗੀ ਉਹਦੇ 'ਚ ਅਸੀਂ ਸਬਸਿਡਾਈਜ਼ ਕਰਾਂਗੇ, ਤੁਸੀਂ ਭੇਜੋ ਥਰੂ ਟਰੱਕ ਭੇਜੋ ਜੇ ਟ੍ਰੇਨ ਜਿੰਨਾ ਚਿਰ ਨਹੀਂ ਚਲਾਉਂਦੇ। ਜੇ ਲੜਾਈ ਲੜਨੀ ਹੈ ਪੋਲੀਟੀਕਲ ਫੈਡਰਲਿਜ਼ਮ ਦੀ ਤਾਂ ਸੂਬਾ ਸਰਕਾਰ ਨੂੰ ਵੀ ਸਟੈਂਡ ਉਸ ਰੂਪ ਦੇ ਵਿੱਚ ਵੀ ਪ੍ਰੈਕਟੀਕਲ ਵੀ ਲੈਣਾ ਪਊਗਾ ਤੇ ਇੱਥੋਂ ਦੀਆਂ ਪੋਲੀਟੀਕਲ ਜਥੇਬੰਦੀਆਂ, ਪੋਲੀਟੀਕਲ ਪਾਰਟੀਆਂ ਨੂੰ ਵੀ ਲੈਣਾ ਪਏਗਾ। ਇਹ ਇਕੱਲਾ ਕੁਐਸਚਨ ਕਿਸਾਨਾਂ ਦਾ ਨਹੀਂ ਹੈ ਕਿ ਕਿਸਾਨ ਉਸ ਲੈਵਲ ਤੇ ਰਹਿਣਗੇ। ਇਸ ਕਰਕੇ ਵੱਡਾ ਸਵਾਲ ਇਸ ਰੂਪ ਦੇ ਵਿੱਚ ਬਣਦਾ ਕਿ ਸੰਨੀ ਦਿਓਲ ਹੋਵੇ ਜਾਂ ਜਿਹੜਾ ਪੰਜਾਬ ਦਾ ਐਮਪੀ ਜਿਹੜਾ ਪੰਜਾਬ 'ਚੋਂ ਜਿੱਤਿਆ, ਉਹਨਾਂ ਸਭ ਦੀ ਜ਼ਿੰਮੇਵਾਰੀ ਹੈ। ਨਹੀਂ ਤਾਂ ਉਹ ਅਸਤੀਫੇ ਦੇ ਦੇਣ। ਜੇ ਪਾਰਲੀਮੈਂਟ 'ਚ ਬੈਠੇ ਕਾਹਦੇ ਲਈ ਨਹੀਂ ਜੇ ਤੁਹਾਡੀ ਸੁਣੀ ਨਹੀਂ ਜਾਂਦੀ? ਜੀ ਬਿਲਕੁਲ। ਹਮੀਰ ਸਿੰਘ ਜੀ, ਜਿਵੇਂ ਹੁਣ ਤੁਸੀਂ ਦੱਸਿਆ ਵੀ ਕਿ ਪੰਜਾਬ ਦੀ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਜਿਹੜਾ ਹੈਗੇ ਆਪਣੇ ਫੈਸਲੇ ਹੋਰ ਤਰੀਕੇ ਨਾਲ ਲੈਣੇ ਪੈਣੇ ਆ। ਚਾਹੇ ਸੂਬਾ ਸਰਕਾਰ ਨੂੰ ਤਾਂ ਇੱਕ ਸਖਤ ਰਵੱਈਆ ਅਪਣਾਉਣਾ ਹੀ ਪੈਣਾ, ਉੱਥੇ ਹੋਰ ਰਾਜਨੀਤਿਕ ਪਾਰਟੀਆਂ। ਇਸ ਕਿਸਾਨ ਸੰਘਰਸ਼ ਦੇ ਵਿੱਚ ਆਪਾਂ ਗੱਲ ਕਰੀਏ, ਇਸ ਮੌਜੂਦਾ ਟਾਈਮ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੀ ਭੂਮਿਕਾ ਕਿਹੋ ਜਿਹੀ ਰਹੀ ਜਾ ਰਹੀ ਹੈ? ਭਾਰਤੀ ਜਨਤਾ ਪਾਰਟੀ ਨੇ ਤਾਂ 2 ਦਿਨਾਂ ਤੋਂ ਦੱਸਤਾ ਵੀ ਕਿ ਅਸੀਂ ਬਿਹਾਰ ਇਲੈਕਸ਼ਨ ਜਿੱਤ ਗਏ ਤਾਂ ਅਸੀਂ ਕੱਲ ਨੂੰ ਪੰਜਾਬ ਇਲੈਕਸ਼ਨ ਵੀ ਆਪਣੇ ਦਮ ਤੇ ਜਿੱਤ ਜਾਵਾਂਗੇ। ਤੇ ਬਾਕੀ ਜਿਹੜੀ ਰਾਜਨੀਤਿਕ ਪਾਰਟੀਆਂ ਉਹ ਵੀ ਗੱਲ ਤਾਂ ਸਾਰੀ 2022 ਦੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕਰ ਰਹੀਆਂ। ਇਹਨਾਂ ਸਭ ਦੀ ਭੂਮਿਕਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸਲ 'ਚ ਇਹੀ ਹੈ ਕਿ ਪੰਜਾਬ 'ਚ ਕਿਉਂਕਿ ਚੋਣਾਂ ਬਹੁਤ ਨੇੜੇ ਨੇ ਔਰ ਨੇੜੇ ਕਰਕੇ ਜੇ ਤੁਸੀਂ ਕਿਸੇ ਨੂੰ ਵੀ ਦੇਖਦੇ ਹੋ, ਆਮ ਆਦਮੀ ਪਾਰਟੀ 22 'ਚ ਅਸੀਂ ਆਵਾਂਗੇ ਜੀ। ਸੁਖਬੀਰ ਬਾਦਲ ਰੋਜ਼ ਜਿੱਥੇ ਰੈਲੀ ਕਰਦਾ ਕਹਿੰਦਾ ਵੀ ਜੇ ਮੈਂ ਗਿਆ ਦੁਆਬੇ 'ਚ ਜਾਂਦਾ, ਉਹ ਕਹਿੰਦਾ ਜੀ ਗੁਰੂ ਰਵਿਦਾਸ ਦੀ ਯਾਦਗਾਰ ਮੈਂ ਬਸ ਚਮਚਮਾਉਂਦੀ ਬਣਾ ਦੂੰਗਾ। ਕਦੇ ਕਹਿੰਦਾ ਅੰਮ੍ਰਿਤਸਰ ਦੇ ਵਿੱਚ ਤਾਂ ਬਸ ਮੈਂ ਐਵੇਂ ਕਰ ਦੂੰਗਾ, 22 'ਚ ਆਪਣੀ ਸਰਕਾਰ ਆਉਣ ਵਾਲੀ ਹੈ ਮੈਂ ਆਹ ਕਰ ਦੂੰਗਾ। ਮਤਲਬ ਫੋਬੀਆ ਹੋ ਗਿਆ ਲੀਡਰਸ਼ਿਪ ਨੂੰ 22 ਦਾ। ਤੇ ਕਾਂਗਰਸ ਨੂੰ ਐ ਲੱਗਦਾ ਕਿ ਉਹ ਪੁੱਠੇ ਰਾਹ ਦੋਨੋਂ ਪੈ ਗਏ, ਆਪਣੇ ਬੈਠੇ ਬਿਠਾਏ ਬਿਨਾਂ ਕੰਮ ਕਰੇ ਹੀ ਆਪਣਾ ਤੁੱਕਾ ਲੱਗਣ ਵਾਲਾ। ਤੇ ਸੀਰੀਅਸ ਜਿੰਨਾ ਸਵਾਲ ਹੈ, ਜੇ ਤੁਸੀਂ ਕਹਿੰਦੇ ਹੋ ਇਹ ਪੰਜਾਬ ਦੀ ਹੋਂਦ ਦਾ ਸਵਾਲ ਹੈ, ਤਾਂ ਪੋਲੀਟੀਕਲ ਪਾਰਟੀਆਂ ਦੀ ਆਲ ਪਾਰਟੀ ਮੀਟਿੰਗ ਬੁਲਾ ਕੇ ਉਹਦੇ 'ਚ ਰਣਨੀਤੀ ਕਿਉਂ ਨਹੀਂ ਬਣਾਈ ਜਾ ਰਹੀ? ਉਹਦੇ 'ਚ ਰਣਨੀਤੀ ਬਣਾ ਕੇ ਸੜਕ ਦੀ ਲੜਾਈ ਕੌਣ ਲੜੇਗਾ, ਜੇਲ੍ਹਾਂ 'ਚ ਕੌਣ ਜਾਏਗਾ, ਜਦੋਜਹਿਦ ਕੌਣ ਕਰੇਗਾ ਪੋਲੀਟੀਕਲੀ? ਇਹ ਇਕੱਲਾ ਬੈਠ ਕੇ ਕੁਰਸੀ ਮਾਨਣ ਦਾ ਸਵਾਲ ਨਹੀਂ ਹੈ। ਤੇ ਜੇ ਐਡਾ ਵੱਡਾ ਫੈਡਰਲ ਫਰੰਟ ਬਣਨਾ, ਫੈਡਰਲ ਸਿਸਟਮ ਬਣਨਾ, ਤਾਂ ਦੇਸ਼ ਦੀਆਂ ਵੀ ਇਹੋ ਜਿਹੀਆਂ ਪਾਰਟੀਆਂ ਨੂੰ ਨਾਲ ਰਲਾਉਣਾ ਪਏਗਾ ਜਿਵੇਂ ਕੁਝ ਚੀਜ਼ਾਂ ਪੋਜ਼ਿਟਿਵ ਹੋਈਆਂ ਨੇ। ਜਿਵੇਂ 12 ਸਟੇਟਾਂ ਨੇ ਤਾਂ ਬਿਜਲੀ ਬਿੱਲ ਦਾ ਵਿਰੋਧ ਲਿਖਤੀ ਤੌਰ ਤੇ ਕੀਤਾ ਹੋਇਆ, ਐਜੂਕੇਸ਼ਨ ਪਾਲਿਸੀ 'ਚ ਲਿਖਤੀ ਤੌਰ ਤੇ ਗਿਆ। ਹੁਣ CBI ਦੀ ਕੰਸੈਂਟ ਜਿਹੜੀ ਹੈ ਅਨਕੰਡੀਸ਼ਨਲ ਕੰਸੈਂਟ 7 ਸਟੇਟਾਂ ਨੇ ਵਾਪਸ ਲੈ ਲਈ ਹੈ। ਇਹ ਸਾਰੇ ਉਹ ਚਿੰਨ੍ਹ ਨੇ
ਜਿਹੜੇ ਇਹ ਦਰਸਾਉਂਦੇ ਨੇ ਕਿ ਪਾਵਰ ਦੇ ਕੇਂਦਰੀਕਰਨ ਦੇ ਖਿਲਾਫ ਸਟੇਟਾਂ ਦਾ ਰੋਲ ਹੈ, ਸਟੇਟਾਂ ਦੇ ਅੰਦਰ ਗੁੱਸਾ ਵੱਧਦਾ ਜਾ ਰਿਹਾ ਹੈ। ਪਰ ਉਹਨਾਂ ਸਟੇਟਾਂ ਨੂੰ ਆਰਗੇਨਾਈਜ਼ ਕਰਨਾ, ਉਹਨਾਂ ਸਟੇਟਾਂ ਨੂੰ ਜਥੇਬੰਦ ਕਰਨਾ, ਉਹਨਾਂ ਸਿਆਸੀ ਧਿਰਾਂ ਨੂੰ ਜਥੇਬੰਦ ਕਰਨਾ, ਇਹ ਤਾਂ ਸਿਆਸੀ ਧਿਰਾਂ ਦੀ ਲੋੜ ਹੈ ਜੀ। ਬਿਲਕੁਲ। ਕਿਸਾਨੀ ਅੱਗੇ ਹੁਣ 26 ਤੇ 27 ਦਾ ਦਿੱਲੀ ਦੇ ਵਿੱਚ ਉਹਨਾਂ ਤੇ ਰੋਕ ਲਾਤੀ ਹੈ, ਇਹ ਕਹਿ ਕੇ ਕਿ ਜੀ ਉੱਥੇ ਤਾਂ ਕਰੋਨਾ ਫੈਲ ਜਾਊਗਾ। ਤੇ ਕਰੋਨਾ ਬਿਹਾਰ ਦੀਆਂ ਵੱਡੀਆਂ ਰੈਲੀਆਂ 'ਚ ਨਹੀਂ ਫੈਲਿਆ, ਕਰੋਨਾ ਹੁਣ ਹੋਰ ਜਿਹੜੇ ਬਾਕੀ ਦੇ ਥਾਂ ਬੈਠੇ ਨੇ ਉੱਥੇ ਨਹੀਂ ਫੈਲਿਆ। ਨਾਲੇ ਇਹਨਾਂ ਨੇ ਤਾਂ ਇੱਕ ਲਿਮਟਿਡ ਜਗ੍ਹਾ ਜਾਣਾ, ਰਾਮਲੀਲਾ ਗਰਾਊਂਡ 'ਚ ਰੈਲੀ ਕਰਕੇ ਆ ਜਾਣਾ। ਦਿੱਲੀ ਦੇ ਬੰਦਿਆਂ ਨੂੰ ਥੋੜੀ ਧੱਕੇ ਨਾਲ ਹੱਥ ਲਾਉਣਾ ਕਿ ਤੁਹਾਨੂੰ ਅਸੀਂ ਕਰੋਨਾ ਫੈਲਾ ਕੇ ਚਲੇ ਜਾਵਾਂਗੇ। ਇਸ ਲਈ ਕੱਲਾ ਉਸ ਦੇ ਨਾਂ ਤੇ ਨਹੀਂ ਇਹ ਸਵਾਲ। ਔਰ ਕੱਲ੍ਹ ਹੀ ਬੀਜੇਪੀ ਦੇ ਦਫ਼ਤਰ 'ਚ ਜਦੋਂ ਮੋਦੀ ਸਾਹਿਬ ਭਾਸ਼ਣ ਦੇ ਰਹੇ ਸੀ, ਜਦੋਂ ਸੈਂਕੜੇ ਬੰਦੇ ਖੜ ਕੇ ਸੁਣ ਰਹੇ ਸੀ, ਉਸ 'ਚ ਉਦੋਂ ਕਰੋਨਾ ਨਹੀਂ ਸੀ। ਇਹ ਇੱਕ ਜਿਹੜੀਆਂ ਗੱਲਾਂ ਜਿਹੜੀਆਂ ਪੱਖਪਾਤੀ ਗੱਲਾਂ ਨੇ, ਇਹ ਨਹੀਂ ਹੈ ਠੀਕ ਉਸ ਪੱਧਰ ਦੇ ਉੱਤੇ। ਔਰ ਦੇਸ਼ ਦੇ ਵਿੱਚ ਇਨਸਾਫ ਦਾ ਜਿਹੜਾ ਤਕਾਜ਼ਾ ਇਹ ਹੈ ਕਿ ਤੁਸੀਂ ਲੋਕਾਂ ਦੇ ਗਿਲੇ ਸਿਕਵੇ ਵੀ ਸੁਣੋ, ਔਰ ਜਿਹੜੇ ਪੱਕੇ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਇਹਨਾਂ ਨੂੰ ਬਾਰ-ਬਾਰ ਉਭਾਰ ਰਹੀਆਂ ਨੇ ਸੰਕਟ ਨੂੰ, ਉਹਦੇ ਵੱਲ ਵੀ ਦਰੁਸਤੀ ਕਰਨ ਵੱਲ ਚੱਲੋ, ਫੇਰ ਹੀ ਇਹਦਾ ਫਾਇਦਾ ਹੋਣਾ ਹੈ। ਇਹਦੇ 'ਚ ਸਿਆਸਤਦਾਨਾਂ ਨੂੰ ਵੀ, ਇਹਦੇ 'ਚ ਕਿਸਾਨਾਂ ਨੂੰ ਵੀ, ਕਿਸਾਨ ਜਥੇਬੰਦੀਆਂ ਨੂੰ ਵੀ ਦੁਬਾਰਾ ਸੋਚਣ ਦਾ ਸਵਾਲ ਹੈ ਕਿ ਉਹਨਾਂ ਨੇ ਲੰਮੀ ਲੜਾਈ ਲੜਨੀ ਹੈ ਤਾਂ ਕਿਹੜਾ ਏਜੰਡਾ ਹੋਏਗਾ, ਕਿਹੜੇ ਮੇਨ ਪੁਆਇੰਟ ਹੋਣਗੇ, ਕਿੱਥੇ ਏਕਤਾ ਹੋਏਗੀ, ਕਿਸ ਤਰੀਕੇ ਦੇ ਨਾਲ ਉਹ ਲੋਕਾਂ ਨਾਲ ਜਾ ਕੇ ਸੰਵਾਦ ਰਚਾਉਣ ਬਾਕੀ ਧਿਰਾਂ ਨਾਲ, ਤਾਂ ਕਿ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਜਚੇ ਇਹ ਗੱਲ ਕਿ ਇਹ ਅੰਦੋਲਨ ਠੀਕ ਹੈ। ਇਹ ਨਾ ਰਹੇ ਕਿ ਕਿਸਾਨਾਂ ਦਾ ਚੱਲ ਰਿਹਾ, ਆਪਾਂ ਕਾਹਨੂੰ ਵਿਰੋਧ ਕਰਨਾ, ਨਾ ਹਮਾਇਤ ਕਰਨੀ ਹੈ, ਬਾਹਰ ਰਹੋ। ਕੱਲਾ ਇੰਨੇ ਨਾਲ ਨਹੀਂ ਚੱਲਣਾ, ਕੱਲਾ ਜਾ ਕੇ ਲੋਕਾਂ ਨਾਲ ਸੰਵਾਦ ਰਚਾਉਣਾ ਪੈਣਾ ਹੈ। ਔਰ ਇਸ ਕਰਕੇ ਇਹ ਜ਼ਰੂਰੀ ਚੀਜ਼ ਹੈ ਕਿ ਜਿਹੜਾ ਵੀ ਹੁਣ ਗੱਲਬਾਤ ਇੱਕ ਵਾਰ ਚੱਲ ਰਹੀ ਹੈ, ਸ਼ਾਇਦ ਉਹਦੇ 'ਚ ਜੇ ਨਹੀਂ ਵੀ ਹੱਲ ਹੋਊ, ਲੰਮਾ ਚੱਲਣਾ ਤੇ ਲੰਮੇ 'ਚ ਵੀ ਗੱਲਬਾਤ ਵਾਰ-ਵਾਰ ਹੋਣੀ ਹੈ। ਤੇ ਬਾਰ-ਬਾਰ ਜਿੰਨੀ ਕੁ ਪੁਖਤਗੀ ਨਾਲ ਤੁਸੀਂ ਆਪਣਾ ਸਟੈਂਡ ਚੱਲਦੇ ਜਾਓਗੇ, ਤਾਕਤਾਂ ਦਾ ਸਮਤੋਲ ਜਦੋਂ ਤੁਹਾਡੇ ਪੱਖ 'ਚ ਬਣਿਆ ਉਦੋਂ ਹੀ ਮਾਮਲਾ ਹੱਲ ਹੋਣਾ, ਉਨਾ ਚਿਰ ਨਹੀਂ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।